चैप्टर 3 डाटा हैंडलिंग 7th क्लास मैथ। लो पहला देखिए डाटा हैंडलिंग किसनों कहते हैं। डाटा हैंडलिंग इनक्लूड कलैक्शन इंटरप्रैटेशन और प्रेजेंटेशन ऑफ डाटा बाय यूजिंग वेरीअस मैथड्स। पहला आप डाटे नूं कलैक्ट करना, जिस तरह फॉर एग्जांपल यदि गल करिए डाटे की, मान लो डाटा ऑफ 20 स्टूडेंट्स ऑफ 7th क्लास एज आप लैनी है बच्चों की, ਉਹਦਾ ਡਾਟਾ ਕੈਲਕੂਲੇਟ ਕਰਨਾ। ਡੇਟ ਆਫ ਬਰਥ ਲਾਂਗੇ, ਡੇਟ ਆਫ ਬਰਥ ਤੋਂ ਇਹਨਾਂ ਦੀ ਏਜ ਕੈਲਕੂਲੇਟ ਕਰ ਲਾਂਗੇ। ਮੰਨ ਲਓ 1/4/22 ਤੋਂ ਕੈਲਕੂਲੇਟ ਕਰਦੇ ਆ। ਮੰਨ ਲਓ ਕਿਸੇ ਦੀ 11 ਸਾਲ 10 ਸਾਲ 12 12 13 14 ਐਂਡ ਸੋ ਔਨ। ਇਹ ਜਿਹੜਾ ਏਜ ਆ ਗਈ ਦੈਟ ਇਜ਼ ਡਾਟਾ। ਇਹਨਾਂ ਜਿਹੜੀਆਂ ਐਂਟਰੀਆਂ ਆਈਆਂ ਇਹਨਾਂ ਨੂੰ ਆਪਾਂ ਓਬਜ਼ਰਵੇਸ਼ਨਸ ਵੀ ਕਹਿ ਦਿੰਦੇ ਆ। ਹੁਣ ਇਹ ਡਾਟਾ ਹੈਗਾ ਰਾ ਡਾਟਾ, ਫਿਰ ਇਹਨੂੰ ਅਸੀਂ ਸਿਸਟੇਮੈਟਿਕਲੀ ਲਾਵਾਂਗੇ। ਇਹ ਡਾਟਾ ਸਾਡੇ ਕੋਲ ਆ ਗਿਆ। ਹੁਣ ਇਹਨੂੰ ਅਸੀਂ ਸਿਸਟੇਮੈਟਿਕਲੀ ਅਸੈਂਡਿੰਗ ਆਰਡਰ ਜਾਂ ਡਿਸੈਂਡਿੰਗ ਆਰਡਰ ਦੇ ਵਿੱਚ ਵੀ ਲਗਾ ਸਕਦੇ ਹਾਂ ਤਾਂ ਕਿ ਸਾਨੂੰ ਡਾਇਰੈਕਟ ਇੱਥੋਂ ਇਨਫੋਰਮੇਸ਼ਨ ਮਿਲ ਸਕੇ। ਹੁਣ ਇਹ ਡਾਟਾ ਕਈ ਤਰ੍ਹਾਂ ਦਾ ਹੋ ਸਕਦਾ। ਡਾਟਾ ਕ੍ਰਿਕਟ ਮੈਚ ਆਫ, ਜਿਹੜਾ ਕ੍ਰਿਕਟ ਮੈਚ ਚੱਲਦਾ ਉਹਦੇ ਵਿੱਚ ਰਨ ਸਕੋਰਡ ਬਾਏ ਦਾ ਪਲੇਅਰਸ ਇਨ ਅ ਟੈਸਟ ਮੈਚ। ਪੋਪੂਲੇਸ਼ਨ ਦਾ ਡਾਟਾ ਵੀ ਹੋ ਸਕਦਾ। ਇੱਦਾਂ ਕਈ ਤਰ੍ਹਾਂ ਦੇ ਡਾਟੇ ਨੇ ਸਾਡੇ ਕੋਲ ਜਿਨ੍ਹਾਂ ਨੂੰ ਫਿਰ ਪ੍ਰੋਪਰ ਵੇ ਨਾਲ ਅਰੇਂਜ ਕੀਤਾ ਜਾਂਦਾ ਜਾਂ ਪ੍ਰੈਜੈਂਟ ਕੀਤਾ ਜਾਂਦਾ ਤਾਂ ਕਿ ਸਾਨੂੰ ਡਾਇਰੈਕਟਲੀ ਉੱਥੋਂ ਇਨਫੋਰਮੇਸ਼ਨ ਮਿਲ ਸਕੇ। ਫਿਰ ਇਹ ਜਿਹੜੇ ਡਾਟੇ ਨੂੰ ਅਸੀਂ ਅਸੈਂਡਿੰਗ ਆਰਡਰ ਨਾਲ ਲਗਾਤਾ ਜਾਂ ਡਿਸੈਂਡਿੰਗ ਆਰਡਰ ਨਾਲ ਲਾਤਾ, ਜਾਂ ਫਿਰ ਇਹਨੂੰ ਗ੍ਰਾਫਿਕਲੀ ਵੀ ਰਿਪਰੈਜ਼ੈਂਟ ਕਰਦੇ ਹਾਂ। ਗ੍ਰਾਫਿਕਲੀ ਇਹ ਪਿਕਚਰ ਸਾਡੇ ਕੋਲ ਡਾਇਰੈਕਟ ਪਤਾ ਲੱਗ ਜਾਂਦੀ ਹੈ ਵੀ ਕਿਹੜੇ ਬੱਚੇ, ਕਿੰਨੇ ਬੱਚਿਆਂ ਦੀ ਇਹ ਸਭ ਤੋਂ ਜ਼ਿਆਦਾ ਹੈ, ਕਿਹਨਾਂ ਦੀ ਘੱਟ। ਲੋ ਇਹ ਆਪਾਂ ਇਹਨੂੰ ਇਸ ਚੈਪਟਰ ਦੇ ਵਿੱਚ ਪਤਾ ਕਰਨਾ ਵੀ ਕਿੱਦਾਂ ਇਹਦਾ ਮੀਨ ਕੱਢਣਾ, ਕਿੱਦਾਂ ਮੋਡ ਕੱਢਣਾ, ਕਿੱਦਾਂ ਮੀਡੀਅਨ ਕੱਢਣਾ। ਜਦੋਂ ਡਾਟੇ ਨੂੰ ਅਸੀਂ ਅਸੈਂਡਿੰਗ ਆਰਡਰ ਜਾਂ ਡਿਸੈਂਡਿੰਗ ਆਰਡਰ 'ਚ ਲਗਾਤਾ ਤਾਂ ਅਸੀਂ ਇਹਨੂੰ ਕਹਿੰਦੇ ਹਾਂ ਐਰੇਡ ਡਾਟਾ। ਮੈਥਡਸ ਆਫ ਸੈਂਟਰਲ ਟੈਂਡੈਂਸੀ ਦੇ ਵਿੱਚ ਮੀਨ, ਮੀਡੀਅਨ, ਮੋਡ ਡਾਟੇ 'ਚੋਂ ਕੈਲਕੂਲੇਟ ਕਰਾਂਗੇ। ਲੋ ਪਹਿਲਾਂ ਅਰਥਮੈਟਿਕ ਮੀਨ ਹੈ। ਅਰਥਮੈਟਿਕ ਮੀਨ ਦਾ ਫਾਰਮੂਲਾ ਸਮ ਆਫ ਆਲ ਆਬਜ਼ਰਵੇਸ਼ਨਸ ਬਟਾ ਨੰਬਰ ਆਫ ਆਬਜ਼ਰਵੇਸ਼ਨਸ। ਇਹਦਾ ਕੀ ਮਤਲਬ ਆਪਾਂ ਦੇਖ ਲਈਏ। ਲੋ ਇੱਥੋਂ ਐਗਜ਼ਾਮਪਲ ਤੋਂ ਪਤਾ ਲੱਗ ਜਾਣਾ। ਲੋ ਮਾਰਕਸ ਇਨ ਮੰਥਲੀ ਟੈਸਟ ਆਫ 5 ਸਟੂਡੈਂਟਸ ਫਰੋਮ 10 ਮਾਰਕਸ। 10 ਮਾਰਕਸ ਦੇ ਵਿੱਚੋਂ ਬੱਚਿਆਂ ਨੇ ਲਏ ਨੰਬਰ ਮਾਰਕਸ 8 7 5 5 ਅਤੇ 10। ਇਹ 5 ਸਟੂਡੈਂਟਸ ਦਾ ਮੈਂ ਡਾਟਾ ਲਿਆ ਔਰ ਨੰਬਰ 10 ਚੋਂ ਲਏ ਆ ਮੰਥਲੀ ਟੈਸਟ ਚੋਂ। ਹੁਣ ਇਹਦਾ ਮੀਨ ਕਿਸ ਤਰ੍ਹਾਂ ਕੱਢਾਂਗੇ? ਇਹਨਾਂ ਸਾਰਿਆਂ ਨੂੰ ਜਮ੍ਹਾਂ ਕਰ ਲਾਂਗੇ। 8 + 7 + 5 + 5 + 10 ਅਤੇ ਜਿੰਨੀਆਂ ਨੰਬਰ ਆਫ ਐਂਟਰੀਆਂ। ਆ ਜਿਹੜੀਆਂ ਓਬਜ਼ਰਵੇਸ਼ਨਸ ਇਹਨਾਂ ਨੂੰ ਐਂਟਰੀਆਂ ਵੀ ਕਹਿੰਦੇ ਨੇ, ਇਹਨਾਂ ਨੂੰ ਓਬਜ਼ਰਵੇਸ਼ਨਸ ਵੀ ਕਹਿੰਦੇ ਆ। ਇਹ ਸਮ ਆ, ਸਮ ਦਾ ਮਤਲਬ ਹੁੰਦਾ ਜਮ੍ਹਾਂ ਕਰਨਾ, ਟੋਟਲ ਕਰਨਾ, ਅਤੇ ਬਟਾ 1 2 3 4 5 5 ਨਾਲ ਡਿਵਾਈਡ ਕਰ ਲੈਣਾ। ਹੁਣ ਇਹਨਾਂ ਨੂੰ ਪਲੱਸ ਕੀਤਾ 35/5, ਇਹਨੂੰ ਕੱਟ ਕੇ ਲਿਆ 7 ਅਤੇ 7 ਇਹਦਾ ਮੀਨ ਆ ਗਿਆ। ਮੀਨ ਵੀ ਕਹਿ ਦਿੰਦੇ ਆ ਔਰ ਐਵਰੇਜ ਵੀ ਕਹਿ ਦਿੰਦੇ ਆ। ਅੱਗੇ ਮੀਡੀਅਨ ਕਿਸ ਤਰ੍ਹਾਂ ਕੈਲਕੂਲੇਟ ਕਰਨਾ? ਪਹਿਲਾਂ ਅਸੀਂ ਡਾਟੇ ਨੂੰ ਅਸੈਂਡਿੰਗ ਜਾਂ ਡਿਸੈਂਡਿੰਗ ਆਰਡਰ 'ਚ ਲਗਾ ਲਾਂਗੇ। ਆਮ ਤੌਰ 'ਤੇ ਆਪਾਂ ਅਸੈਂਡਿੰਗ ਆਰਡਰ 'ਚ ਲਗਾਉਂਦੇ ਹਾਂ। ਲੋ ਇਹਨੂੰ ਅਸੈਂਡਿੰਗ ਆਰਡਰ ਦੇ ਵਿੱਚ ਲਗਾਤਾ। ਪਹਿਲਾਂ 5 ਹੈ ਨਾ, 5 5 ਫਿਰ 7 ਫਿਰ 8 ਫਿਰ 10 बढ़ते क्रम में। ਆ ਅਸੈਂਡਿੰਗ ਆਰਡਰ 'ਚ। ਹੁਣ ਨੰਬਰ ਆਫ ਆਬਜ਼ਰਵੇਸ਼ਨਸ ਕਿੰਨੀਆਂ ਨੇ ਇੱਥੇ? 1 2 3 4 5। ਇੱਥੇ ਔਡ ਨੰਬਰ ਵਾਲੇ ਇਸ ਚੈਪਟਰ ਦੇ ਵਿੱਚ ਔਡ ਦੇ ਵੀ ਮੀਡੀਅਨ ਕਿਸ ਤਰ੍ਹਾਂ ਕੈਲਕੂਲੇਟ ਕਰਨਾ ਉਹਦਾ ਹੀ ਹੈ। ਇਸ ਕਰਕੇ n ਦੀ ਵੈਲਿਊ ਕਿੰਨੀ ਆ ਗਈ? 5 ਨੰਬਰ ਆਫ ਆਬਜ਼ਰਵੇਸ਼ਨਸ। ਹੁਣ ਮੀਡੀਅਨ ਕੱਢਣਾ n + 1। ਇਹਦੇ 'ਚ 1 ਜਮ੍ਹਾਂ ਕਰ ਦੇਣਾ n ਦੇ ਵਿੱਚ, ਬਟਾ 2 ਕਰ ਦੇਣਾ। ਜਿੱਦਾਂ 5 ਜਮ੍ਹਾਂ 1 ਨੰਬਰ ਆਫ ਐਂਟਰੀਆਂ 5 ਨੇ, 1 2 3 4 5 + 1 ਬਟਾ 2। ਇਹ 6 6/2 ਕਿੰਨਾ ਆ ਗਿਆ? 3। ਤਾਂ ਥਰਡ ਟਰਮ ਜਿਹੜੀ ਆ ਉਹ ਮੀਡੀਅਨ ਹੋਣੀ ਆ। 1 2 3 3 ਥਰਡ ਟਰਮ ਕਿੰਨੀ ਹੋ ਗਈ? 7। ਇੱਧਰੋਂ ਲੈਫਟ ਹੈਂਡ ਸਾਈਡ ਤੋਂ ਗਿਣਨਾ ਤਾਂ ਥਰਡ ਟਰਮ ਆ ਗਈ 7। ਮੋਡ ਜਿਹੜੀਆਂ ਐਂਟਰੀਆਂ ਸਭ ਤੋਂ ਜ਼ਿਆਦਾ ਵਾਰੀ ਰਿਪੀਟ ਹੋ ਰਹੀਆਂ। ਹੁਣ ਮੋਡ ਆਫ 5 7 8 10 ਇਜ਼ 5 ਆ, ਕਿਉਂਕਿ ਆ ਮੈਕਸੀਮਮ ਟਾਈਮ 2 ਵਾਰੀ ਰਿਪੀਟ ਹੋ ਰਹੀ ਹੈ ਨਾ, ਬਾਕੀ ਤਾਂ ਇੱਕ ਵਾਰੀ ਰਿਪੀਟ ਹੋ ਰਹੀਆਂ ਨੇ। ਬਿਕੋਜ਼ 5 ਇਜ਼ ਰਿਪੀਟਡ ਮੈਕਸੀਮਮ ਨੰਬਰ ਆਫ ਟਾਈਮਸ, ਇਸ ਕਰਕੇ ਦਾ ਮੋਡ ਕਿੰਨਾ ਆ ਗਿਆ? 5। ਐਕਸਰਸਾਈਜ਼ 3.1 ਚੈਪਟਰ 3 ਫਸਟ ਕੁਐਸਚਨ ਫਾਈਂਡ ਦਾ ਮੀਨ ਆਫ ਦਾ ਫੋਲੋਇੰਗ ਡਾਟਾ। ਇਹਨਾਂ ਦਾ ਆਪਾਂ ਮੀਨ ਕੈਲਕੂਲੇਟ ਕਰਨਾ। ਦੇਖੋ ਕਿਸ ਤਰ੍ਹਾਂ। ਮੀਨ ਇਜ਼ ਇਕੁਅਲ ਟੂ ਸਾਰੀਆਂ ਐਂਟਰੀਆਂ ਨੂੰ ਆਪਾਂ ਐਡ ਕਰ ਦਿਆਂਗੇ ਜਿੰਨੀਆਂ ਵੀ ਹੈਗੀਆਂ। ਆ ਜਿੰਨੀਆਂ ਐਂਟਰੀਆਂ 1 2 3 4 5 6 1 2 3 4 5 6 7 7
ਐਡ ਕਰਕੇ ਬਟਾ 7 ਕਰਦੇ ਆ। ਇਹ ਨੰਬਰ ਆਫ ਆਬਜ਼ਰਵੇਸ਼ਨਸ ਇਹਨਾਂ ਦਾ ਸਮ ਬਟਾ ਟੋਟਲ ਨੰਬਰ ਆਫ ਆਬਜ਼ਰਵੇਸ਼ਨ। ਇਹ ਆ ਗਿਆ ਐਡ ਕਰਕੇ 63/7, ਇਹਨੂੰ ਕੱਟ ਦਿਓ 9, ਇਹਦਾ ਮੀਨ ਆ ਗਿਆ। ਇੱਦਾਂ ਹੀ ਇਹਦਾ ਸੈਕਿੰਡ ਪਾਰਟ ਹੈ। ਸੈਕਿੰਡ ਵੀ ਐਂਟਰੀਆਂ ਨੂੰ ਐਡ ਕਰਕੇ ਬਟਾ 1 2 3 4 5 6 ਨਾਲ ਡਿਵਾਈਡ ਕਰ ਦਿਆਂਗੇ। ਇਹ ਆ ਗਿਆ 186/6, ਇਹਨੂੰ ਕੱਟ ਲਓ, ਇਹ 31 ਹੈ। ਚਾਹੇ 6 ਡਾਇਰੈਕਟ ਪਹਾੜੇ ਨਾਲ ਹੀ ਕੱਟ ਲਓ, ਚਾਹੇ 2 ਵਾਰੀ ਕੱਟ ਲਓ, 31 ਇਹਦਾ ਮੀਨ ਆ ਗਿਆ। ਅੱਗੇ ਕੁਐਸਚਨ ਨੰਬਰ 2, ਫਾइंड द मीन ऑफ द फस्ट 5 होल नंबर्स। होल नंबर ਤੁਹਾਨੂੰ ਪਤਾ ਹੀ ਹੈ 0 ਤੋਂ ਸ਼ੁਰੂ ਹੁੰਦੀ ਹੈ ਗਿਣਤੀ 0 1 2 3 4 5 ਲੈਣੇ 1 2 3 4 5 ਇਹਨਾਂ ਦਾ ਮੀਨ ਕੱਢ ਦਿਓ ਐਡ ਕਰਕੇ। ਇਹ ਆ ਗਿਆ 10/5, ਇਹਨੂੰ ਕੱਟ ਦਿਓ 2 ਮੀਨ ਆ ਗਿਆ। ਅੱਗੇ ਕੁਐਸਚਨ ਨੰਬਰ 3, ਆ ਬੈਟਸਮੈਨ ਸਕੋਰਡ ਦਾ ਫੋਲੋਇੰਗ ਨੰਬਰ ਆਫ ਰਨਸ ਇਨ 6 ਇਨਿੰਗਸ। ਇਹਦਾ ਮੀਨ ਆਪਾਂ ਕੈਲਕੂਲੇਟ ਕਰਨਾ। ਇਹ ਵੀ ਉਸੇ ਤਰ੍ਹਾਂ ਹੀ ਐਡ ਕਰਕੇ 1 2 3 4 5 6 ਨਾਲ ਡਿਵਾਈਡ ਕਰ ਦਿਆਂਗੇ। मीन रन स्कोर्ड इक्वल टू आ मैं सारिया एंट्रियां ऐड करतियाँ, ऑब्जरवेशन ਨੂੰ ऐड करता बटा 6 ਨਾਲ डिवाइड कर दो, उन्होंने कट लो 47 मीन आ गया। क्वेश्चन नंबर 4, द एज इन ईयर्स ऑफ 10 टीचर्स ऑफ स्कूल। 10 टीचर्स की एज दी हुई है, किहड़ा ओल्डेस्ट है तो किहड़ा यंगेस्ट है, किन्नी किन्नी उम्र उन्होंने ओल्डेस्ट तो यंगेस्ट की। लो पहले इनू देखिए। लो हुण ਇਹਨਾਂ ਇਹ ਕੁਐਸਚਨ ਕਰ ਲੱਗਿਆ ਨਾ, ਇਹਨੂੰ ਪਹਿਲਾਂ ਅਸੈਂਡਿੰਗ ਆਰਡਰ ਦੇ ਵਿੱਚ ਲਗਾ ਲਓ, ਫਿਰ ਆਸਾਨ ਹੋ ਜਾਏਗਾ। ਏਜ ਇਹਨੂੰ ਅਸੈਂਡਿੰਗ ਆਰਡਰ 'ਚ ਲਗਾ ਦਿਓ। ਲਓ ਮੈਂ ਅਸੈਂਡਿੰਗ ਆਰਡਰ ਦੇ ਵਿੱਚ ਏਜ ਨੂੰ ਲਗਾਤਾ ਤਾਂ 23 26 28 32 33 35 38 40 41 54 ਈਅਰਸ। ਹੁਣ ਏਜ ਆਫ ਦਾ ਓਲਡੈਸਟ ਐਂਡ ਯੰਗੈਸਟ ਟੀਚਰ ਇਜ਼ 54 ਓਲਡੈਸਟ ਹੈ ਅਤੇ ਯੰਗੈਸਟ 23। ਡਾਇਰੈਕਟ ਮੈਨੂੰ ਪਤਾ ਲੱਗ ਗਿਆ ਡਾਟੇ ਤੋਂ। ਹੁਣ ਰੇਂਜ ਵੀ ਡਾਇਰੈਕਟ ਹੀ ਕੱਢ ਲੈਣੀ ਹੈ ਮੈਂ। ਹਾਈਐਸਟ ਏਜ ਮਾਈਨਸ ਲੋਐਸਟ ਏਜ। ਹਾਈਐਸਟ ਅਤੇ ਲੋਐਸਟ ਦੇ ਵਿੱਚੋਂ ਜੋ ਸਬਟਰੈਕਟ ਕਰਦੇ ਹਾਂ ਆਪਾਂ ਐਂਟਰੀਆਂ ਤਾਂ ਰੇਂਜ ਆ ਜਾਂਦੀ 54 ਮਾਈਨਸ 23 31 ਈਅਰਸ। ਹੁਣ ਮੀਨ ਏਜ ਕੱਢਣੀ ਹੈ। ਅਗਲਾ ਥਰਡ, ਵਾਟ ਇਜ਼ ਦਾ ਮੀਨ ਏਜ ਆਫ ਦੀਜ਼ ਟੀਚਰਸ। ਮੀਨ ਕੱਢਣਾ, ਸਾਰੀਆਂ ਨੂੰ ਐਡ ਕਰ ਦਿਓ ਬਟਾ 1 2 3 4 5 6 7 8 9 10 10 ਨਾਲ ਡਿਵਾਈਡ ਕਰ ਦਿਓ। 350 बटा 10, 0 ना 0 कटेगा, 35 ईयर्स मीन एज आ गई। क्वेश्चन 5, द रेनफॉल इन सिटी 7 दिन की रेनफॉल का मेजरमेंट किया गया, किन्नी पई इन मिलीमीटर के आप मापते हैं रेनफॉल नू। मंडे नू 0.01 मिलीमीटर, ट्यूजडे नू 12.2, इस तरह सारा डाटा दिता है संडे तक। ਉਹਨੇ ਪਹਿਲਾ ਕੁਐਸਚਨ ਕੀਤਾ ਨੇ, ਫਾइंड द रेंज ऑफ द रेनफॉल इन द अबव डेट। रेंज ਹੁੰਦੀ ਹੈ ਜਿਹੜੀ ਮੈਕਸੀਮਮ ਦੇ ਵਿੱਚੋਂ ਮੈਕਸੀਮਮ ਤੇ ਮਿਨੀਮਮ ਦਾ ਡਿਫਰੈਂਸ ਹੋ ਗਿਆ। ਮਿਨੀਮਮ 0.00 ਹੈ ਅਤੇ ਮੈਕਸੀਮਮ ਇੱਥੇ ਦੇਖ ਲਓ ਕਿੰਨੀ ਹੈ 20.5। ਇਹਨਾਂ ਨੂੰ ਸਬਟਰੈਕਟ ਕਰੋਗੇ ਉਹ ਰੇਂਜ ਆ ਜਾਣੀ ਹੈ। ਲਓ ਦੇਖੋ ਆ ਰੇਂਜ ਕੈਲਕੂਲੇਟ ਕਰਤੀ। ਰੇਂਜ 20.5 ਮਾਈਨਸ 0.00 ਇਜ਼ ਇਕੁਅਲ ਟੂ 20.5 ਮਿਲੀਮੀਟਰ ਲਿਖ ਦਿਓ ਚਾਹੇ ਨਾਲ, ਇਹ ਰੇਂਜ ਆ ਗਈ। ਅੱਗੇ ਮੀਨ ਰੇਨਫਾਲ ਕਿਸ ਤਰ੍ਹਾਂ ਕਰਨੀ ਆ, ਸਾਰਿਆਂ ਨੂੰ ਜਮ੍ਹਾਂ ਕਰਕੇ 1 2 3 4 5 6 7 ਨਾਲ ਡਿਵਾਈਡ ਕਰ ਦਿੰਦੇ ਆ। ਆ ਦੇਖੋ ਡਿਵਾਈਡ ਕੀਤਾ, ਐਡ ਕਰਕੇ ਸਾਰੀਆਂ ਐਂਟਰੀਆਂ ਨੂੰ ਐਡ ਕਰੋ। ਇੱਥੇ ਮੀਨ ਰੇਨਫਾਲ ਇਕੁਅਲ ਟੂ ਬਟਾ 7 ਐਡ ਕਰਕੇ ਆ ਗਿਆ 41.7 ਤੇ ਆ ਗਿਆ 5.90 ਮਿਲੀਮੀਟਰ। ਆ ਜ਼ੀਰੋ ਲਗਾਓ ਨਾ ਲਗਾਓ, ਇਹਨਾਂ ਕੋਈ ਖਾਸ ਫਰਕ ਨਹੀਂ ਪੈਂਦਾ। ਅੱਗੇ ਤੀਸਰਾ ਪਾਰਟ ਆ, ਹਾਊ ਮੈਨੀ ਡੇਜ਼ ਹੈਡ ਦਾ ਰੇਨਫਾਲ ਲੈਸ ਦੈਨ ਦਾ ਮੀਨ ਰੇਨਫਾਲ। ਮੀਨ ਰੇਨਫਾਲ ਤੋਂ ਘੱਟ ਕਿੰਨੇ ਦਿਨ ਰੇਨਫਾਲ ਹੋਈ। ਮੀਨ ਰੇਨਫਾਲ ਆਈ 5.90। ਹੁਣ 5.90 ਤੋਂ ਘੱਟ ਗਿਣ ਲਓ ਕਿੰਨੀਆਂ ਨੇ, 1 2 3 4 ਤੇ 5। ਜਿਹੜੀਆਂ ਵੈਲਿਊਜ਼ 5.9 ਤੋਂ ਘੱਟ ਨੇ ਉਹ 5 ਨੇ। 5 ਦਿਨ ਜਿਹੜੀ ਰੇਨ ਹੈ ਉਹ ਹੈ ਮੀਨ ਰੇਨਫਾਲ ਤੋਂ ਘੱਟ ਹੋਈ ਹੈ 5 ਦਿਨ। ਨੰਬਰ ਆਫ ਡੇਜ਼ ਦਾ ਰੇਨਫਾਲ ਲੈਸ ਦੈਨ ਮੀਨ ਰੇਨਫਾਲ ਇਜ਼ ਇਕੁਅਲ ਟੂ 5। ਇੱਕ ਗੱਲ ਯਾਦ ਰੱਖਣੀ, ਜਦੋਂ ਇੱਥੇ ਐਡ ਕਰਨੇ ਨਾ ਇੱਦਾਂ ਕਾਲਮ ਮੈਥਡ ਨਾਲ ਲਗਾ ਲਿਆ ਕਰੋ। ਇੱਥੇ ਬੱਚੇ ਕਈ ਵਾਰੀ ਗਲਤੀ ਕਰ ਜਾਂਦੇ, ਇੱਥੇ 0 1 ਹੈ ਨਾ, ਇੱਥੇ ਜ਼ੀਰੋਆਂ ਨੇ, ਇਹਨੂੰ 1 ਨੂੰ ਸਿੱਧਾ ਲਗਾਉਣਾ ਪਏਗਾ। ਇੱਥੇ 0 ਕੰਸੀਡਰ ਕਰਕੇ ਕਿਉਂਕਿ ਲਾਈਕ ਡੈਸੀਮਲ ਬਣਾਉਣੇ ਪੈਂਦੇ ਆ। ਇੱਥੇ ਮੈਂ 0 ਲਗਾਈਆਂ ਨਹੀਂ, ਸਮਝ ਲਓ ਵੀ 0 1 ਸਿੱਧਾ ਆ ਗਿਆ, ਫਿਰ ਇਹਨਾਂ ਨੂੰ ਐਡ ਕਰਨਾ। ਇਹਦਾ ਧਿਆਨ ਰੱਖਣਾ ਹੈ।